ਜਿਹੜੇ ਇੰਡੀਆ ਨੇ ਰਿਸਟ੍ਰਿਕਸ਼ਨਸ ਲਾਈਆਂ ਨੇ, ਵਨ ਸਾਈਡਡ ਰਿਸਟ੍ਰਿਕਸ਼ਨਸ ਹੈਗੀਆਂ ਜਿਹੜੀਆਂ ਟੈਂਪਰੇਰੀ ਤੌਰ 'ਤੇ ਲੱਗੀਆਂ ਹੋਈਆਂ ਨੇ, ਉਹਨਾਂ 'ਤੇ ਜਿਹੜਾ ਇਫੈਕਟ ਪੈਣਾ ਉਹ ਕੈਨੇਡੀਅਨਸ 'ਤੇ ਪੈਣਾ, ਖਾਸ ਕਰਕੇ ਪੰਜਾਬੀਆਂ 'ਤੇ ਪੈਣਾ। ਕਿ ਦਿੱਲੀ ਵਾਲਾ ਜਿਹੜਾ ਆਪਣੇ ਕੌਂਸਲਖਾਨਾ ਕੈਨੇਡਾ ਦਾ ਜੀ, ਉਹਨਾਂ ਨੇ ਆਪਣਾ ਸਟਾਫ ਸੀ, ਜਿਹੜਾ ਵੀ ਭਾਰਤੀ ਸਟਾਫ ਸੀ, ਉਹਦੀ ਸਾਰੇ ਦੀ ਛੁੱਟੀ ਕਰਾਤੀ, ਭੇਜਤੇ ਘਰੇ ਜੀ, ਤੇ ਹੁਣ ਉੱਥੇ EMPLOYE ਘਟ ਗਏ ਆ। ਜੀ, ਜਿਨ੍ਹਾਂ ਦੀਆਂ ਐਪਲੀਕੇਸ਼ਨਸ ਉੱਥੇ ਪ੍ਰੋਸੈਸ ਹੋ ਰਹੀਆਂ ਸੀ ਉਹ 'ਤੇ ਕੋਈ ਇੰਪੈਕਟ ਪਊਗਾ? ਕੈਨੇਡਾ ਇਸ ਕਰਕੇ ਨਹੀਂ ਕਿਸੇ ਕਿਸਮ ਦੀ ਕੋਈ ਰਿਸਟ੍ਰਿਕਸ਼ਨ ਲਾ ਰਿਹਾ, ਕਹਿੰਦੇ ਲੇਬਰ ਦੀ ਬਹੁਤ ਘਾਟ ਪੈ ਜਾਏਗੀ। ਹੁਣ ਇੰਡੀਆ ਦੀ ਲੇਬਰ ਬਹੁਤ ਕੰਮ ਕਰ ਰਹੀ ਹੈ ਕੈਨੇਡਾ ਦੇ ਵਿੱਚ, ਜੀ, ਲੇਬਰ ਮਾਰਕੀਟ ਪਹਿਲਾਂ ਹੀ ਟਾਈਟ ਹੈ, ਸੋ ਕਹਿੰਦੇ ਇਸ ਕਰਕੇ ਲੇਬਰ ਲਿਆਉਣ ਖਾਤਰ ਕੈਨੇਡਾ ਉਤਸੁਕ ਆ ਅਤੇ ਉਹਨਾਂ ਨੇ ਕਿਸੇ ਕਿਸਮ ਦਾ ਕੋਈ ਇਹੋ ਜਿਹਾ ਸਟੈਪ ਨਹੀਂ ਲੈਣਾ ਚਾਹੁੰਦੇ। ਲੇਬਰ ਕਿਸੇ ਹੋਰ ਮੁਲਕ ਤੋਂ ਨਹੀਂ ਚੁੱਕ ਸਕਦੇ। ਸਾਡੇ ਨਾਲ ਮਿਸਟਰ ਖਹਿਰਾ ਸ਼ਾਮਲ ਹੋ ਚੁੱਕੇ ਹਨ ਅਤੇ ਉਹ ਅੱਜ ਸਾਡੇ ਨਾਲ ਗੱਲਬਾਤ ਕਰਨਗੇ ਅਤੇ ਦੱਸਣਗੇ ਕਿ ਮੌਜੂਦਾ ਤਣਾਅ ਦੇ ਵਿੱਚ ਜਿੱਥੇ ਇੰਡੀਆ ਅਤੇ ਕੈਨੇਡਾ ਦੇ ਸਬੰਧ ਵਿਗੜ ਚੁੱਕੇ ਨੇ, ਇਮੀਗ੍ਰੇਸ਼ਨ 'ਤੇ ਕੀ ਕੁਝ ਅਸਰ ਪੈਣ ਵਾਲਾ ਹੈ। ਖਹਿਰਾ ਸਾਹਿਬ ਜੀ, ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ। ਥੈਂਕ ਯੂ ਸੋ ਮਚ ਤਿੰਨ ਸਾਹਿਬ, ਔਰ ਤੁਹਾਡੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਦਾਬ ਜੀ। ਹੁਣ ਜਿਹੜੇ ਵੀਜ਼ੇ ਸਸਪੈਂਡ ਕੀਤੇ ਗਏ ਆ ਜੀ, ਭਾਰਤ ਦੀ ਸਰਕਾਰ ਵੱਲੋਂ, ਭਾਰਤ ਦੇ ਕੌਂਸਲਖਾਨਿਆਂ 'ਚੋਂ ਟੈਂਪਰੇਰੀ ਤੌਰ 'ਤੇ ਬੇਸ਼ੱਕ ਸਸਪੈਂਡ ਕੀਤੇ ਗਏ ਆ, ਹੁਣ ਅਦਲੇ ਕਾ ਬਦਲਾ ਹੋ ਹੀ ਜਾਂਦਾ। ਉਹਨਾਂ ਨੇ ਉਹਨਾਂ ਦਾ ਰਾਜਦੂਤ ਫਾਇਰ ਕਰ ਦਿੱਤਾ ਜਾਂ ਡਿਪਲੋਮੈਟ ਫਾਇਰ ਕਰ ਦਿੱਤਾ, ਉਹਨਾਂ ਨੇ ਉਹਨਾਂ ਦਾ ਡਿਪਲੋਮੈਟ ਫਾਇਰ ਕਰ ਦਿੱਤਾ, ਐਕਸਪੈਲ ਕਰ ਦਿੱਤਾ। ਅਤੇ ਕਿਤੇ ਇਹ ਨਾ ਹੋਏ ਕਿ ਕੈਨੇਡਾ ਦੀ ਸਰਕਾਰ ਉਹ ਜਿਹੜੇ ਵੀਜ਼ੇ ਦਿੰਦੇ ਆ ਇੰਡੀਆ ਵਾਲਿਆਂ ਨੂੰ ਉਹ ਬੰਦ ਕਰ ਦੇਣ। ਜੀ, ਇਹਦੀ ਪੋਸੀਬਿਲਿਟੀ ਬਹੁਤ ਸਲਿਮ ਲੱਗਦੀ ਹੈ, ਚਾਂਸ ਬਹੁਤ ਸਲਿਮ ਨੇ, ਬਿਕੋਜ਼ ਕੈਨੇਡਾ ਇੰਡੀਆ ਨਾਲ ਇਹੋ ਜਿਹੇ ਰਿਸ਼ਤੇ ਨਹੀਂ ਤੋੜਨਾ ਚਾਹੁੰਦਾ, ਔਰ ਖਾਸ ਕਰਕੇ ਜਿਹੜਾ ਆਪਣੇ ਇੰਡੀਅਨ ਡਾਇਸਪੋਰਾ ਹੈਗਾ ਜਾਂ ਨੈਸ਼ਨਲਸ ਇੱਥੇ ਹੈਗੇ, ਜਿਹੜੇ ਸਿਟੀਜ਼ਨਸ ਬਣੇ ਨੇ, ਨੈਚੁਰਲਾਈਜ਼ ਸਿਟੀਜ਼ਨਸ ਨੇ, ਉਹਨਾਂ ਦੀ ਗਿਣਤੀ ਵੀ ਬਹੁਤ ਵੱਡੀ ਹੈ, ਔਰ ਉਹ ਵੋਟਾਂ ਨੂੰ ਬਹੁਤ ਪ੍ਰਭਾਵਿਤ ਕਰਨਗੇ ਜੇ ਇਹੋ ਜਿਹਾ ਕੋਈ ਸਟੈਪ ਲਿਆ ਜਾਂਦਾ। ਔਰ ਜਦੋਂ ਵੀ ਕੈਨੇਡਾ ਨੇ ਇਹੋ ਜਿਹਾ ਕੋਈ ਸਟੈਪ ਲੈਣ ਦੀ ਕੋਸ਼ਿਸ਼ ਕਰੀ ਤਾਂ ਫਿਰ ਇਹ ਜਿਹੜੀ ਇਹਦੇ ਕੌਨਸੀਕੁਐਂਸਿਸ ਨੇ ਉਹ ਬਹੁਤ ਕੈਨੇਡੀਅਨ ਇਕੋਨਮੀ 'ਤੇ ਵੀ ਇਫੈਕਟ ਹੋਊਗਾ, ਔਰ ਇਹਦੇ ਨਾਲ ਨਾਲ ਜਿਹੜੇ ਰਿਲੇਸ਼ਨਸ਼ਿਪਸ ਨੇ ਹੋਰ ਫਰਦਰ ਸਟ੍ਰੇਨ ਹੋਣਗੇ। ਔਰ ਜਦੋਂ ਆਪਾਂ ਗੱਲ ਕਰਦੇ ਹਾਂ ਜਿਹੜੇ ਇੰਡੀਆ ਨੇ ਰਿਸਟ੍ਰਿਕਸ਼ਨਸ ਲਾਈਆਂ ਨੇ, ਵਨ ਸਾਈਡਡ ਰਿਸਟ੍ਰਿਕਸ਼ਨਸ ਹੈਗੀਆਂ ਜਿਹੜੀਆਂ ਟੈਂਪਰੇਰੀ ਤੌਰ 'ਤੇ ਲੱਗੀਆਂ ਹੋਈਆਂ ਨੇ, ਉਹਨਾਂ 'ਤੇ ਜਿਹੜਾ ਇਫੈਕਟ ਪੈਣਾ ਉਹ ਕੈਨੇਡੀਅਨਸ 'ਤੇ ਪੈਣਾ, ਖਾਸ ਕਰਕੇ ਪੰਜਾਬੀਆਂ 'ਤੇ ਪੈਣਾ। ਪਰ ਜਿਹੜੇ ਨੰਬਰ ਇਫੈਕਟ ਹੋਣਾ ਉਹਦੇ ਨਾਲ ਉਹ ਬਹੁਤ ਵੱਡਾ ਨੰਬਰ ਨਹੀਂ ਹੈਗਾ, ਕਿਉਂਕਿ ਲਾਸਟ ਈਅਰ ਵੀ ਜਿਹੜਾ ਤਕਰੀਬਨ 2,80,000 ਕੈਨੇਡੀਅਨ ਸੀ ਜਿਨ੍ਹਾਂ ਨੇ ਵਿਜ਼ਿਟ ਕੀਤਾ, ਜਿਹੜੇ ਕੈਨੇਡੀਅਨ ਸਿਟੀਜ਼ਨ ਸੀ ਇੰਡੀਆ ਦੇ ਵਿੱਚ, ਔਰ ਮੈਜੋਰਿਟੀ ਆਫ ਜਿਹੜੇ ਉਹ ਜਿਹੇ ਸਿਟੀਜ਼ਨ ਸੀ ਉਹਨਾਂ ਕੋਲ OCI ਜਾਂ ਕਿਸੇ ਕਿਸਮ ਦਾ ਕੋਈ ਵੀਜ਼ਾ ਹੈਗਾ ਸੀ, ਵੈਲਿਡ ਵੀਜ਼ਾ ਸੀ। ਈ ਵੀਜ਼ਾ ਇੱਕ ਬਹੁਤ ਬੜੀ ਸਹੂਲਤ ਸੀਗੀ, ਜਿਹੜੇ ਲੰਬੀਆਂ ਲਾਈਨਅਪ ਤੋਂ ਕੈਨੇਡੀਅਨਸ ਬਚੇ ਹੋਏ ਸੀ, ਬਟ ਕਿਉਂਕਿ ਸਰਕਾਰ ਨੇ ਉਹਨੂੰ ਸਸਪੈਂਡ ਕਰਤਾ, ਟੈਂਪਰੇਰੀ ਤੌਰ 'ਤੇ ਸਸਪੈਂਡ ਕਰਤਾ। ਸੋ ਇਸ ਕਰਕੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਵੀ ਫਰਦਰ ਕੀ ਚੇਂਜਸ ਹੋਣਗੇ। ਈ ਵੀਜ਼ਾ ਵੀ ਸਸਪੈਂਡ ਆ? ਬਿਲਕੁਲ ਜੀ, ਈ ਵੀਜ਼ਾ ਵੀ ਸਸਪੈਂਡਡ ਹੈ। ਅਤੇ ਹੁਣ ਜਿਹੜੇ OCI 'ਤੇ ਜਾਂਦੇ ਨੇ ਜੀ, ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ? ਐਟ ਦਿਸ ਪੁਆਇੰਟ ਤਾਂ ਕੋਈ ਦਿੱਕਤ ਨਹੀਂ ਹੈ, ਬਟ ਚੀਜ਼ਾਂ ਅਨਪ੍ਰੈਡਿਕਟੇਬਲ ਹੋ ਸਕਦੀਆਂ ਨੇ। ਇੰਡੀਆ ਕਿਸੇ ਵੀ ਸਟੈਪ 'ਤੇ ਜਾ ਸਕਦਾ ਹੀ। ਜਦੋਂ ਇਹ ਜਿਹੜੀ ਡਿਪਲੋਮੈਟਿਕ ਵਾਰ ਹੈ, ਜਦੋਂ ਉਹ ਓਪਨ 'ਚ ਆ ਗਈ ਤਾਂ ਫਿਰ ਕੋਈ ਵੀ ਪੋਸੀਬਿਲਿਟੀ ਹੋ ਸਕਦੀ ਹੈ। ਬਟ ਐਟ ਦਿਸ ਪੁਆਇੰਟ ਕੈਨੇਡਾ ਦਾ ਕੋਈ ਰੁਝਾਨ ਨਹੀਂ ਲੱਗਦਾ ਹੈਗਾ, ਬਿਕੋਜ਼ ਕੈਨੇਡਾ ਵੀ ਹੈਵੀਲੀ ਡਿਪੈਂਡੈਂਟ ਹੈ ਹਿਊਮਨ ਰਿਸੋਰਸ 'ਤੇ, ਔਰ ਦੂਸਰਾ ਉਹਨਾਂ ਨੂੰ ਡਾਇਰੈਕਟ ਇਕਨੋਮਿਕ ਬੈਨੀਫਿਟ ਵੀ ਮਿਲਦਾ। ਜਿਹੜਾ ਜੇ ਕੈਨੇਡਾ ਕੋਈ ਰਿਸਟ੍ਰਿਕਸ਼ਨ ਲਾਉਂਦਾ ਤਾਂ ਤੁਸੀਂ ਇਮੈਜਿਨ ਕਰੋ, ਜਿਹੜਾ ਓਨਟੇਰੀਓ ਦੇ ਸਟੈਟਸ ਨੇ, ਓਨਟੇਰੀਓ ਜਿਹੜੀ ਫੰਡਿੰਗ ਰਿਲੀਜ਼ ਕਰਦਾ ਫॉर ਪਬਲਿਕ ਫੰਡਡ ਕਾਲਜਸ, ਉਹ 2 ਬਿਲੀਅਨ ਦਾ ਖਰਚਾ ਰਿਲੀਜ਼ ਕਰਦਾ ਹੀ ਪਬਲਿਕ ਫੰਡਡ ਕਾਲਜਸ ਚਲਾਉਣ ਲਈ। ਤੋ ਸਿਮਿਲਰ ਕਾਈਂਡ ਆਫ ਫੰਡਿੰਗ ਉਹਨਾਂ ਨੂੰ ਆਊਟਸੋਰਸ ਹੁੰਦੀ ਹੈ, ਜਿਵੇਂ ਫੋਰ ਐਗਜ਼ਾਮਪਲ ਮਾਫ ਕਰਨਾ ਆਊਟਸਾਈਡ ਕੈਨੇਡਾ ਤੋਂ ਆਉਂਦੀ ਹੈ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ। ਐਗਜ਼ੈਕਟਲੀ। ਸੋ 2 ਬਿਲੀਅਨ ਉਹ ਲੈ ਕੇ ਆਉਂਦੇ ਨੇ। ਸੋ ਜੇ ਕੋਈ ਇਹੋ ਜਿਹੀ ਰਿਸਟ੍ਰਿਕਸ਼ਨ ਲੱਗੂਗੀ, ਯੈਸ, ਇੰਡੀਆ ਭਾਵੇਂ ਹਰਟ ਕਰ ਸਕਦਾ, ਕਿਉਂਕਿ ਇੰਡੀਆ ਦੇ ਕੋਲ ਇਹ ਚੀਜ਼ ਹੈਗੀ ਹੈ, ਇੱਕ ਇਫੈਕਟ ਲਿਆ ਸਕਦਾ ਵੀ ਪੋਲਿਸੀ ਦੇ ਵਿੱਚ ਵੀ ਉਹ ਰਿਸਟ੍ਰਿਕਸ਼ਨ ਲਾ ਸਕਦਾ, ਜਿਹੜੇ ਆ ਉਹਨਾਂ ਦੇ ਸਿਟੀਜ਼ਨਸ ਨੇ ਜਦੋਂ ਕੈਨੇਡਾ ਛੱਡ ਕੇ ਜਾਂਦੇ ਨੇ ਉਹਨਾਂ 'ਤੇ ਰੋਕ ਲਾ ਸਕਦਾ। ਪਰ ਕੈਨੇਡਾ ਇਹ ਰੋਕ ਕਦੇ ਨਹੀਂ ਲਾਊਗਾ ਜੀ, ਕਿਉਂਕਿ ਕੈਨੇਡਾ ਦਾ ਡਾਇਰੈਕਟਲੀ ਇੰਪੈਕਟ ਹੋਊਗਾ, ਇਕਨੋਮਿਕ ਬੈਨੀਫਿਟ ਕੈਨੇਡਾ ਦਾ ਘਟੂਗਾ, ਹਿਊਮਨ ਰਿਸੋਰਸ 'ਤੇ ਇਫੈਕਟ ਆਊਗਾ। ਇਸੇ ਕਸ਼ਮਕਸ਼ ਦੇ ਵਿੱਚ ਇੱਕ ਡਿਵੈਲਪਮੈਂਟ ਹੋਰ ਹੋਈ ਕਿ ਦਿੱਲੀ ਵਾਲਾ ਜਿਹੜਾ ਆਪਣੇ ਕੌਂਸਲਖਾਨਾ ਕੈਨੇਡਾ ਦਾ, ਜੀ, ਉਹਨਾਂ ਨੇ ਆਪਣਾ ਸਟਾਫ ਸੀ, ਜਿਹੜਾ ਵੀ ਭਾਰਤੀ ਸਟਾਫ ਸੀ, ਉਹਦੀ ਸਾਰੇ ਦੀ ਛੁੱਟੀ ਕਰਾਤੀ, ਭੇਜਤੇ ਘਰੇ। ਜੀ, ਅਤੇ ਹੁਣ ਉੱਥੇ EMPLOYE ਘਟ ਗਏ ਆ। ਜੀ, ਜਿਨ੍ਹਾਂ ਦੀਆਂ ਐਪਲੀਕੇਸ਼ਨਸ ਉੱਥੇ ਪ੍ਰੋਸੈਸ ਹੋ ਰਹੀਆਂ ਸੀ ਉਹ 'ਤੇ ਕੋਈ ਇੰਪੈਕਟ ਪਊਗਾ?
ਜੀ ਬਿਲਕੁਲ। ਜਿਹੜੀ ਲਿਮਿਟ ਲਾਈ ਸੀ ਬਿਕੋਜ਼ ਇੰਡੀਆ ਨੇ ਇਹ ਜਿਹੜੀ ਰਿਸਟ੍ਰਿਕਸ਼ਨ ਲਾਈ ਸੀ ਬਿਕੋਜ਼ ਇੰਡੀਆ ਨੇ ਕਿਹਾ ਸੀ ਵੀ ਸਾਨੂੰ ਪੈਰਿਟੀ ਚਾਹੀਦੀ ਹੈ, ਜਿੰਨੇ ਸਟਾਫ ਸਾਡਾ ਇੰਡੀਅਨ ਜਿਹੜਾ ਸਟਾਫ ਹੈ ਕੈਨੇਡਾ 'ਚ ਬੈਠਾ ਹੈ ਉਹਨੇ ਅਸੀਂ ਅਲਾਓ ਕਰਾਂਗੇ, ਐਟ ਦ ਸੇਮ ਪੋਜੀਸ਼ਨ 'ਤੇ ਅਲਾਓ ਕਰਾਂਗੇ। ਜਿਹੜੀਆਂ ਡੈਜ਼ਿਗਨੇਸ਼ਨਸ ਨੇ ਉਹਨਾਂ ਨੂੰ ਵੀ ਮੈਚ ਕਰਾਓ, ਕੱਲਾ ਸਟਾਫ ਦਾ ਨੰਬਰ ਹੀ ਮੈਚ ਨਹੀਂ ਕਰਾਉਣਾ। ਸੋ ਕੈਨੇਡਾ ਨੇ ਉਹਦਾ ਪ੍ਰਬੰਧ ਪਹਿਲਾਂ ਹੀ ਕਰਿਆ ਹੀ ਇਸ ਚੀਜ਼ ਦਾ। ਸੋ ਹੁੰਦਾ ਕੀ ਸੀ ਥਿੰਦ ਸਾਹਿਬ, ਜਿਵੇਂ ਰੈਗੂਲੇਸ਼ਨ 11 ਸੀ ਜਿਹੜੀ ਗਵਰਨ ਕਰਦੀ ਸੀ ਵੀ ਐਪਲੀਕੇਸ਼ਨ ਕਿੱਥੇ ਪ੍ਰੋਸੈਸ ਹੋਣੀ ਚਾਹੀਦੀ ਹੈ। ਜਿਹੜਾ ਪੁਰਾਣੇ ਰੂਲ ਸੀਗੇ ਉਹਦੇ ਵਿੱਚ ਇਹ ਹੁੰਦਾ ਸੀ ਵੀ ਜਿਹੜਾ ਕੰਟਰੀ ਆਫ ਨੈਸ਼ਨੈਲਿਟੀ ਤੁਸੀਂ ਉੱਥੋਂ ਅਪਲਾਈ ਕਰ ਸਕਦੇ ਹੋ, ਕੰਟਰੀ ਆਫ ਲੀਗਲ ਐਡਮਿਟੈਂਸ ਉੱਥੋਂ ਅਪਲਾਈ ਕਰ ਸਕਦੇ ਹੋ, ਕੰਟਰੀ ਆਫ ਹੈਬਿਚੁਅਲ ਰੈਜ਼ੀਡੈਂਸ ਜੇ ਤੁਸੀਂ ਆਪਣੀ ਕੰਟਰੀ ਤੋਂ ਡਿਸਪਲੇਸ ਹੋ ਚੁੱਕੇ ਹੋ, ਕੋਈ ਇਹੋ ਜਿਹੀ ਕੰਟਰੀ 'ਚ ਤੁਸੀਂ ਸ਼ਰਨ ਲਈ ਹੋਈ ਉੱਥੋਂ ਵੀ ਅਪਲਾਈ ਕਰ ਸਕਦੇ ਹੋ। ਨਾਓ ਜਿਹੜਾ ਹੁਣ ਸਰਕਮਸਟਾਂਸ ਡਿਵੈਲਪ ਹੋਇਆ, ਜਿਹੜੀ ਸਿਚੁਏਸ਼ਨ ਡਿਵੈਲਪ ਹੋਈ ਹੈ ਉਹਦੇ 'ਚ ਉਹਨਾਂ ਨੇ ਰੈਗੂਲੇਸ਼ਨ 11 ਨੂੰ ਹੀ ਬਦਲਤਾ। ਹੁਣ ਮਿਨਿਸਟਰ ਨੂੰ ਅਧਿਕਾਰ ਦਿੱਤੇ ਵੀ ਉਹ ਕਿਤੇ ਵੀ ਚਾਹੇ ਤਾਂ ਪ੍ਰੋਸੈਸ ਕਰ ਸਕਦਾ। ਸੋ ਕੈਨੇਡਾ ਨੇ ਕੀ ਕੀਤਾ ਕੋਵਿਡ ਦੇ ਟਾਈਮ ਦੇ ਵਿੱਚ, ਕਿਉਂਕਿ ਇਹਨਾਂ ਨੇ ਇੱਕ ਬੈਚ ਪ੍ਰੋਸੈਸਿੰਗ ਚਲਾਈ ਸੀ, ਚਿਨੂਕ ਸਿਸਟਮ ਇੰਪਲੀਮੈਂਟ ਕੀਤਾ ਸੀ, ਔਰ ਉਸ ਤੋਂ ਬਾਅਦ ਉਹਨਾਂ ਨੇ ਫਰਵਰੀ ਮਹੀਨੇ ਦੇ ਵਿੱਚ ਔਨਲਾਈਨ ਐਪਲੀਕੇਸ਼ਨ ਪ੍ਰੋਸੈਸ ਮੈਂਡੇਟਰੀ ਕਰਤਾ ਹਰੇਕ ਐਪਲੀਕੇਸ਼ਨ ਦਾ। ਔਰ ਇਹ ਸਾਰੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਕੈਨੇਡਾ 'ਚ ਪ੍ਰੋਸੈਸ ਹੁੰਦੀਆਂ ਨੇ। ਜਿਹੜਾ ਇੰਡੀਆ 'ਚ ਸਿਰਫ ਵੀਜ਼ਾ ਲੱਗਣ ਦਾ ਹੀ ਕੰਮ ਹੁੰਦਾ, ਜਿਵੇਂ ਤੁਸੀਂ ਜਦੋਂ ਤੁਹਾਨੂੰ ਇੰਸਟਰਕਸ਼ਨ ਆ ਜਾਂਦੀ ਹੈ ਵੀ ਤੁਹਾਨੂੰ ਇਮੀਗ੍ਰੇਸ਼ਨ ਦੇ ਰਹੇ ਹਾਂ ਜਾਂ ਤੁਹਾਨੂੰ ਵੀਜ਼ਾ ਦੇ ਰਹੇ ਹਾਂ, ਤਾਂ ਉਸ ਵਕਤ ਪਾਸਪੋਰਟ ਨੂੰ ਲੈ ਕੇ ਉਹ ਤੋਂ ਬਾਅਦ ਵੀਜ਼ਾ ਸਟੈਂਪ ਕਰਕੇ ਵਾਪਸ ਤੁਹਾਨੂੰ ਡਿਲੀਵਰ ਕੀਤਾ ਜਾਂਦਾ। ਸੋ ਇਹੀ ਇੱਕ ਸਰਵਿਸ ਹੈ। ਸੋ ਇਹਦੇ ਕਰਕੇ ਜਿਹੜਾ ਐਡਾ ਬੜਾ ਇੰਪੈਕਟ ਨਹੀਂ ਆਉਣਾ। ਯੈਸ, ਇੰਡੀਆ ਤੋਂ ਨੰਬਰ ਬਹੁਤ ਵੱਡਾ ਹੈ, ਜਿਹੜੇ ਲੋਕ ਇੰਡੀਆ ਛੱਡ ਕੇ ਜਾਣਾ ਚਾਹੁੰਦੇ ਨੇ ਉਹ ਨੰਬਰ ਬਹੁਤ ਵੱਡਾ ਹੀ। ਉਹਦੇ 'ਚ ਇਹਦੇ ਨਾਲ ਕੋਈ ਫਰਕ ਜਿਹੜਾ ਹੈਗਾ ਆਪਾਂ ਦੇਖ ਸਕਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ, ਪਰ ਇਹ ਡਿਲੇ ਇੰਨਾ ਐਕਸਟੈਂਸਿਵ ਨਹੀਂ ਹੋਏਗਾ ਜਿੰਨਾ ਇਮੈਜਿਨ ਕੀਤਾ ਜਾ ਰਿਹਾ, ਕਿਉਂਕਿ ਸਾਰੀ ਪ੍ਰੋਸੈਸਿੰਗ ਕੈਨੇਡਾ 'ਚ ਹੀ ਹੋ ਰਹੀ ਹੈ। ਅੱਛਾ, ਇੱਕ ਹੋਰ ਇੰਪੋਰਟੈਂਟ ਗੱਲ ਇਹ ਆ ਕਿ ਕੈਨੇਡਾ ਇਸ ਕਰਕੇ ਨਹੀਂ ਕਿਸੇ ਕਿਸਮ ਦੀ ਕੋਈ ਰਿਸਟ੍ਰਿਕਸ਼ਨ ਲਾ ਰਿਹਾ, ਕਹਿੰਦੇ ਲੇਬਰ ਦੀ ਬਹੁਤ ਘਾਟ ਪੈ ਜਾਏਗੀ। ਹੁਣ ਇੰਡੀਆ ਦੀ ਲੇਬਰ ਬਹੁਤ ਕੰਮ ਕਰ ਰਹੀ ਹੈ ਕੈਨੇਡਾ ਦੇ ਵਿੱਚ, ਜੀ ਲੇਬਰ ਮਾਰਕੀਟ ਪਹਿਲਾਂ ਹੀ ਟਾਈਟ ਹੈ। ਸੋ ਕਹਿੰਦੇ ਇਸ ਕਰਕੇ ਲੇਬਰ ਲਿਆਉਣ ਖਾਤਰ ਕੈਨੇਡਾ ਉਤਸੁਕਤਾ, ਅਤੇ ਉਹਨਾਂ ਨੇ ਕਿਸੇ ਕਿਸਮ ਦਾ ਕੋਈ ਇਹੋ ਜਿਹਾ ਸਟੈਪ ਨਹੀਂ ਲੈਣਾ ਚਾਹੁੰਦੇ। ਲੇਬਰ ਕਿਸੇ ਹੋਰ ਮੁਲਕ ਤੋਂ ਨਹੀਂ ਚੁੱਕ ਸਕਦੇ? ਜੀ ਬਿਲਕੁਲ, ਕੈਨੇਡਾ ਨੇ ਉਹਦਾ ਵੀ ਪ੍ਰਬੰਧ ਕਰ ਲਿਆ ਬਾਈ ਜੀ। ਜੂਨ ਮਹੀਨੇ ਦੇ ਵਿੱਚ ਇਹਨਾਂ ਨੇ ਇੱਕ ਪ੍ਰੋਗਰਾਮ ਲਾਂਚ ਕਰਿਆ ਸੀ ਕੈਨੇਡਾ ਨੇ, ਜਿਹਦੇ 'ਚ ਉਹਨਾਂ ਨੇ 28-29 ਕੰਟਰੀਜ਼ ਪਹਿਲਾਂ ਸਿਲੈਕਟ ਕਰੀਆਂ, ਜਿਹਦੇ ਵਿੱਚ ਉਹਨਾਂ ਨੇ ਉਹਨਾਂ ਜਿਹੜੇ ਸਿਟੀਜ਼ਨਸ ਨੇ ਜਿਹੜੇ ਫਰੈਂਕੋਫੋਨ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਉਹਨਾਂ ਨੂੰ ਜਿਹੜਾ ਐਪਲੀਕੇਸ਼ਨ ਕਰਨ ਦਾ ਮੌਕਾ ਦਿੱਤਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਤੁਹਾਨੂੰ LMA ਲੈਣ ਦੀ ਜ਼ਰੂਰਤ ਨਹੀਂ, ਸਿਰਫ ਜੌਬ ਆਫਰ ਦੇ ਬੇਸ 'ਤੇ ਤੁਸੀਂ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਹੋ ਜੇ ਤੁਸੀਂ ਫ੍ਰੈਂਚ ਬੋਲਦੇ ਹੋ। ਜੇ ਤੁਸੀਂ ਫ੍ਰੈਂਚ ਬੋਲਦੇ ਹੋ। ਫਰੈਂਕੋਫੋਨ ਦਾ ਮਤਲਬ ਹੈ ਵੀ ਡੇਲੀ ਫ੍ਰੈਂਚ ਯੂਜ਼ਰ ਹੋ। ਸੋ ਇਹ ਡੈਫੀਨੇਸ਼ਨ ਫਿਰ ਵੀ ਬਹੁਤ ਲਿਮਿਟਡ ਇੰਡੀਵਿਜੂਅਲ ਕੁਆਲੀਫਾਈ ਕਰਦੇ ਸੀ, ਕਿਉਂਕਿ ਜਿਹੜੇ ਡੇਲੀ ਫ੍ਰੈਂਚ ਯੂਜ਼ਰ ਨੇ ਉਹ ਕੈਨੇਡਾ ਨਹੀਂ ਆਉਣਾ ਚਾਹੁੰਦੇ ਸੀ। ਮੋਸਟਲੀ ਉਹ ਇਹੋ ਜਿਹੀਆਂ ਕਮਿਊਨਿਟੀਜ਼ ਨੂੰ ਬਿਲੋਂਗ ਕਰਦੇ ਨੇ ਜਿਹੜੇ ਨਾਰਥ ਈਸਟ, ਨਾਰਥ ਵੈਸਟ ਅਫਰੀਕਾ 'ਚ ਨੇ ਜਾਂ ਫਰਾਂਸ ਦੇ ਵਿੱਚ ਨੇ। ਸੋ ਹੁਣ ਸਰਕਾਰ ਨੇ ਕੀ ਕੀਤਾ, ਉਹਦੀ ਡੈਫੀਨੇਸ਼ਨ ਹੀ ਬਦਲਤੀ। ਹੁਣ ਜਿਹੜੀ ਸਿਰਫ ਉਹਨਾਂ ਨੇ NCLC ਇੱਕ ਟੈਸਟ ਰੱਖਿਆ, ਫ੍ਰੈਂਚ ਦਾ ਟੈਸਟ ਹੈ ਇਹ, ਆਈਲੈਟਸ ਦੇ ਵਾਂਗੂ। ਉਹਦੇ 'ਚ ਕਿਹਾ ਵੀ ਤੁਸੀਂ ਸਿਰਫ ਜਿਹੜਾ ਉਹਦਾ ਲੈਵਲ ਹੈ 5 ਲੈ ਲਓ, ਜਿਹੜਾ ਕਿ 1100 ਸ਼ਬਦ ਜੇ ਤੁਸੀਂ ਜਾਣਦੇ ਹੋ ਫ੍ਰੈਂਚ ਦੇ ਤੁਸੀਂ ਲੈ ਸਕਦੇ ਹੋ। ਸੋ ਉਹ ਚਾਹੇ ਹਿੰਦੁਸਤਾਨੀ ਹੈ, ਉਹਨਾਂ ਨੇ ਕਿਹਾ ਵੀ ਵਰਲਡ ਓਵਰ ਕੋਈ ਵੀ ਇਹ ਬੰਦਾ ਜੇ ਟੈਸਟ ਦੇ ਦਿੰਦਾ ਤਾਂ ਉਹਨੂੰ LMI ਲੈਣ ਦੀ ਕੋਈ ਜ਼ਰੂਰਤ ਨਹੀਂ, ਉਹ ਸਿਰਫ ਜੌਬ ਆਫਰ ਦੇ ਬੇਸ 'ਤੇ ਕੈਨੇਡਾ ਦਾਖਲ ਹੋ ਸਕਦਾ। 1100 ਅੱਖਰ ਜਾਣਦਾ ਜੀ ਫਰਾਂਸੀਸੀ ਜੀ, ਉਹਦੇ ਨਾਲ ਉਹ ਲੈਵਲ ਪੂਰਾ ਹੁੰਦਾ। ਸੋ ਇਹ ਬੇਸਿਕ ਫ੍ਰੈਂਚ ਦਾ ਲੈਵਲ ਹੈ। ਜੇ ਕੋਈ ਅੱਜ ਹਿੰਦੁਸਤਾਨੀ ਵੀ ਬੇਸਿਕ ਫ੍ਰੈਂਚ ਇਹ ਸਿੱਖ ਸਕਦਾ ਔਰ ਉਹਨੂੰ ਕੈਨੇਡਾ ਤੋਂ ਕੋਈ ਜੌਬ ਆਫਰ ਮਿਲ ਜਾਂਦੀ ਹੈ, ਐਕਸੈਪਟ ਐਗਰੀਕਲਚਰ ਸਟਰੀਮ, ਕਿਸੇ ਕਿਸਮ ਦੀ ਜੌਬ ਆਫਰ, ਚਾਹੇ ਉਹ ਬੇਸਿਕ ਜੌਬ ਹੈ, ਚਾਹੇ ਤੁਸੀਂ ਹਾਊਸਕੀਪਿੰਗ ਦਾ ਕੰਮ ਕਰਨਾ ਹੈ, ਤੁਸੀਂ ਰੈਸਟੋਰੈਂਟ ਦੇ ਵਿੱਚ ਸਰਵਰ ਦਾ ਕੰਮ ਕਰਨਾ ਹੈ, ਕੁੱਕ ਦਾ ਕੰਮ ਕਰਨਾ ਹੈ, ਮੈਨੇਜਰ ਦਾ ਕੰਮ ਕਰਨਾ ਹੈ, ਸਿਰਫ ਇੱਕ ਚਿੱਠੀ ਦੇ ਬੇਸ 'ਤੇ, ਜਿਵੇਂ ਤੁਸੀਂ ਕਰੀੜੀ ਨੂੰ ਹਾਇਰ ਕਰਦੇ ਹੋ, ਸਿਰਫ ਇੱਕ ਪੇਜ ਦੀ ਚਿੱਠੀ ਦੇ ਬੇਸ 'ਤੇ ਤੁਸੀਂ ਉਹ ਵਰਕਰ ਨੂੰ ਮੰਗਾ ਸਕਦੇ ਹੋ। ਕੰਡੀਸ਼ਨ ਸਿਰਫ ਇਹ ਲਾਈ ਹੈ ਵੀ ਤੁਸੀਂ ਫ੍ਰੈਂਚ 'ਚ ਬੇਸਿਕ ਸਕੋਰ ਲੈ ਲਓ। 1100 ਸ਼ਬਦ ਜਾਣਦੇ ਹੋ ਜੀ, ਪਰ ਉਹ ਫਿਰ ਕਿਊਬੈਕ 'ਚ ਹੀ ਰਹਿ ਸਕੂਗਾ? ਨਹੀਂ ਜੀ, ਹਾਂ, ਇਹ ਵੀ ਇੱਕ ਬਹੁਤ ਇੰਟਰਸਟਿੰਗ ਹੈ। ਇਹਨਾਂ ਨੇ ਕਿਹਾ ਵੀ ਕਿਉਂਕਿ ਜਿਹੜੀ ਫਰੈਂਕੋਫੋਨ ਕਮਿਊਨਿਟੀ ਹੈ ਉਹ ਵੀ ਇੱਕ ਜਗ੍ਹਾ 'ਤੇ ਕੌਨਸਨਟਰੇਟ ਹੋਈ ਹੈ। ਸੋ ਕਿਊਬੈਕ ਤੋਂ ਇਲਾਵਾ, ਇਹ ਮੈਂ ਦੱਸਣਾ ਭੁੱਲ ਗਿਆ ਸੀ, ਕਿਊਬੈਕ ਦਾ ਇੰਪਲੋਇਰ ਇਹ ਸਹੂਲਤ ਨਹੀਂ ਲੈ ਸਕਦਾ। ਇਹ ਸਹੂਲਤ ਕਿਊਬੈਕ ਤੋਂ ਇਲਾਵਾ 9 ਪ੍ਰੋਵਿੰਸਿਸ ਅਤੇ 3 ਟੈਰੀਟਰੀਜ਼ ਜਿਹੜੀਆਂ ਬਚ ਗਈਆਂ ਉਹ ਲੈ ਸਕਦੀਆਂ ਨੇ ਸਹੂਲਤ। ਚਾਹੇ ਉਹ BC ਦਾ ਇੰਪਲੋਇਰ ਹੈ, ਅਲਬਰਟਾ ਦਾ ਇੰਪਲੋਇਰ ਹੈ, ਉਹਨੂੰ LMIA ਦਾ ਜਿਹੜਾ ਇੱਕ ਡਿਫਿਕਲਟ ਪ੍ਰੋਸੈਸ ਹੈ ਉਹ ਚੂਜ਼ ਨਹੀਂ ਕਰਨਾ ਪਊਗਾ। ਸੋ ਇੰਡੀਵਿਜੂਅਲ ਨੇ ਜਿਹੜਾ ਐਪਲੀਕੈਂਟ ਨੇ ਆਉਣਾ, ਉਹ ਸਿਰਫ ਫ੍ਰੈਂਚ ਦਾ ਹੀ ਟੈਸਟ ਬੇਸਿਕ ਦੇ ਕੇ ਜੌਬ ਆਫਰ ਲੈ ਕੇ ਕੈਨੇਡਾ ਦਾਖਲ ਹੋ ਸਕਦਾ ਹੈ। ਸੋ ਇਹ ਵੀ ਇੱਕ ਪ੍ਰਬੰਧ ਹੋ ਗਿਆ। ਅੱਜ ਇੱਕ ਕਾਲਰ ਦੱਸ ਰਿਹਾ ਸੀ ਕਿ ਸ੍ਰੀਲੰਕਾ ਤੋਂ, ਇੰਡੋਨੇਸ਼ੀਆ ਤੋਂ
ਜਾਂ ਇਹੋ ਜਿਹੇ ਹੋਰ ਮੁਲਕਾਂ ਤੋਂ, ਈਵਨ ਪਾਕਿਸਤਾਨ ਤੋਂ ਵੀ, ਜੀ ਸ੍ਰੀਲੰਕਾ ਤੋਂ, ਉਹ ਚੁੱਕ ਸਕਦੇ ਲੇਬਰ? ਬਿਲਕੁਲ ਜੀ। ਉੱਥੋਂ ਲੇਬਰ ਨਹੀਂ ਆਉਂਦੀ? ਸੀ ਕੈਨੇਡਾ ਜਿਹੜਾ ਕੈਨੇਡਾ ਦੀ ਜਿਹੜੀ ਪਾਰਟਨਰਸ਼ਿਪ ਹੈ, ਜੇ ਆਪਾਂ ਇਹ ਬੌਂਡ ਦੀ ਗੱਲ ਕਰੀਏ ਵੀ ਕੈਨੇਡਾ ਨੂੰ ਫਾਇਦਾ ਕੀ ਹੋ ਰਿਹਾ, ਉਹ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਤੋਂ ਹੋ ਰਿਹਾ, ਕਿਉਂਕਿ ਜਿੱਥੇ ਤੁਸੀਂ ਬਹੁਤ ਵੱਡੀ ਫੀਸ ਦੇ ਕੇ ਐਵਰੇਜ ਜਿਹੜੀ ਸਟੂਡੈਂਟ ਫੀਸ ਭਰਦਾ ਹੀ $33,000 ਆਈ, ਜਿਹੜੀ ਮਹਿੰਗੇ ਤੋਂ ਮਹਿੰਗਾ ਕੋਰਸ ਤੋਂ ਲੈ ਕੇ ਸਸਤੇ ਤੋਂ ਸਸਤਾ ਕੋਰਸ, ਇੱਕ ਜੇ ਆਪਾਂ ਐਵਰੇਜ ਲਾਈਏ ਤਾਂ ਉਹ $33,000 ਹੈ ਜਿਹੜੀ ਸਟੂਡੈਂਟ ਨੂੰ ਭਰਨੀ ਪੈਂਦੀ ਹੈ। ਨਾਓ ਜਦੋਂ ਸਟੂਡੈਂਟ ਕੈਨੇਡਾ ਦੇ ਵਿੱਚ ਦਾਖਲ ਹੁੰਦਾ ਹੀ, ਉਹਦੀ ਜੇ ਆਪਾਂ ਇੰਡੀਆ ਦੀ ਗਿਣਤੀ ਦੀ ਗੱਲ ਕਰੀਏ ਤਾਂ ਉਹ 41% ਆਈ। ਸੋ ਜੇ 9 ਲੱਖ ਸਟੂਡੈਂਟ ਇਸ ਸਾਲ ਦਾਖਲ ਹੋ ਰਿਹਾ ਤਾਂ ਉਹਦਾ 41% ਇੰਡੀਆ ਤੋਂ ਹੈ। ਸੋ ਇਹ ਨੰਬਰ ਬਹੁਤ ਵੱਡਾ ਹੈ। ਇਹ ਨੰਬਰ 'ਤੇ ਹੀ ਸਰਕਾਰ ਰਿਸਟ੍ਰਿਕਸ਼ਨ ਲਾ ਸਕਦੀ ਹੈ, ਕਿਉਂਕਿ ਜੇ ਸਿੱਧਾ ਉਹ 22 ਬਿਲੀਅਨ ਦੀ ਇੰਡਸਟਰੀ ਬਣ ਗਈ ਹੈ, ਜਿਹੜੀ ਕਿ ਨੋਰਮਲ ਜਿਹੜਾ ਇੰਡੀਆ ਨਾਲ ਟਰੇਡ ਹੁੰਦਾ ਉਹ ਇੰਨਾ ਵੱਡਾ ਨਹੀਂ ਆ, ਉਹ ਤਾਂ 6 ਬਿਲੀਅਨ 'ਤੇ ਜਾ ਕੇ ਰੁਕ ਜਾਂਦਾ ਹੀ। ਪਰ ਐਜੂਕੇਸ਼ਨ ਇੰਡਸਟਰੀ ਕੈਨੇਡਾ ਦੀ ਇੰਡੀਆ ਦੇ ਨਾਲ 22 ਬਿਲੀਅਨ ਦੀ, ਮਾਫ ਕਰਨਾ 22 ਬਿਲੀਅਨ ਟੋਟਲ ਨਹੀਂ ਹੈਗਾ, ਪਰ ਉਹਦਾ 41% ਹੈ। ਉਹ ਵੀ ਉਨੇ ਹੀ ਸਿਗਨੀਫਿਕੈਂਟ ਨੰਬਰ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਰਿਸਟ੍ਰਿਕਸ਼ਨ ਇਹ ਜੀ ਲੱਗੀ ਤਾਂ ਉਹ ਇੰਡੀਆ ਵੱਲੋਂ ਲੱਗ ਸਕਦੀ ਹੈ, ਕੈਨੇਡਾ ਤੋਂ ਮੁਸ਼ਕਿਲ ਹੈ। ਕੈਨੇਡਾ ਤੇ ਇੰਡੀਆ ਦੇ ਵਿਚਕਾਰ ਰੌਲਾ ਤਾਂ ਹੁਣ ਪਿਆ ਪਿਛਲੇ ਹਫ਼ਤੇ ਦਾ ਹੀ ਜੀ, ਪਰ ਉਦੋਂ ਪਹਿਲਾਂ ਹੀ ਗੱਲ ਚੱਲ ਰਹੀ ਸੀ ਵੀ ਸਟੂਡੈਂਟਸ ਦੇ ਉੱਤੇ ਕੈਪ ਲਾਓ। ਜੀ ਕੈਪ ਲੱਗੂਗੀ? ਪੋਸੀਬਲ ਹੈਗਾ ਹੀ, ਕੈਪ ਲੱਗ ਸਕਦੀ ਹੈ, ਰਿਸਟ੍ਰਿਕਸ਼ਨ ਲੱਗ ਸਕਦੀਆਂ ਨੇ, ਬਟ ਕਿਉਂਕਿ ਕੈਨੇਡਾ ਨੂੰ ਹੋਰ ਕੋਈ ਇਹੋ ਜਿਹੀ ਸੋਰਸ ਕੰਟਰੀ ਮਿਲ ਵੀ ਨਹੀਂ ਰਹੀ ਜਿਹੜੇ ਸਟੂਡੈਂਟਸ ਦੀ ਇੰਗਲਿਸ਼ ਚੰਗੀ ਹੋਵੇ, ਪੈਸੇ ਲਾ ਸਕਦੇ ਹੋਣ, ਉਹ ਕੰਟਰੀਜ਼ ਜਿਹੜੀਆਂ ਕੈਨੇਡਾ ਆ ਕੇ ਪੜ੍ਹਨਾ ਚਾਹੁੰਦੀਆਂ ਹੋਣ, ਕਿਉਂਕਿ ਕਾਫੀ ਹੀ ਜਿਹੀਆਂ ਕੰਟਰੀਜ਼ ਨੇ ਜਿਹੜੀਆਂ ਯੂਰਪ ਦੇ ਅਰਾਊਂਡ ਨੇ, ਉਹ ਯੂਰਪ ਜਿਵੇਂ ਇੰਗਲੈਂਡ ਹੋ ਗਿਆ ਉੱਥੇ ਜਾ ਕੇ ਪੜ੍ਹਦੀਆਂ ਨੇ, US ਇੱਕ ਬਹੁਤ ਵੱਡੀ ਡੈਸਟੀਨੇਸ਼ਨ ਹੈ ਜਿੱਥੇ ਪੜ੍ਹਦੇ ਨੇ, ਆਸਟ੍ਰੇਲੀਆ ਵੀ ਕੰਪੀਟ ਕਰਦਾ, ਸੋ ਨਿਊਜ਼ੀਲੈਂਡ ਵੀ ਕੰਪੀਟ ਕਰਦਾ। ਸੋ ਕੈਨੇਡਾ ਲਈ ਵੀ ਮੁਸ਼ਕਿਲਾਂ ਵੱਧ ਰਹੀਆਂ ਨੇ, ਬਿਕੋਜ਼ ਉਹਨਾਂ ਨੂੰ ਸੋਰਸ ਕੰਟਰੀ ਵੀ ਨਹੀਂ ਮਿਲ ਰਹੀ ਜਿੱਥੇ ਇੰਨੇ ਪੈਸੇ ਲਾ ਕੇ ਕੋਈ ਕੈਨੇਡਾ ਪੜ੍ਹੇ ਔਰ ਉਹਨਾਂ ਦੀ ਇੰਗਲਿਸ਼ ਵੀ ਚੰਗੀ ਹੋਵੇ। ਜੀ ਇਸੇ ਕਰਕੇ ਉਹ ਇੰਡੀਆ 'ਤੇ ਡਿਪੈਂਡੈਂਟ ਨਹੀਂ। ਰਿਫਿਊਜੀਜ਼ ਦਾ ਕੀ ਬਣੇਗਾ ਹੁਣ ਇਹਨਾਂ ਇਸ ਟੈਨਸ਼ਨ ਦੇ ਵਿੱਚ? ਰਿਫਿਊਜੀਜ਼ ਬਾਰੇ ਵੀ ਸਾਨੂੰ ਦੱਸ ਕੇ ਜਾਓ। ਜੀ ਬਿਲਕੁਲ, ਜਿਹੜਾ ਇਹ ਸਾਰਾ ਕੁਝ ਹੋ ਰਿਹਾ ਹੈਗਾ ਜੀ, ਇਹ ਜਿਹੜੇ ਫੀਅਰ ਆਫ ਪਰਸੀਕਿਊਸ਼ਨ ਆ ਬਿਕੋਜ਼ ਆਫ ਦ ਰਿਲੀਜੀਅਸ ਬਿਲੀਵਸ, ਜਾਂ ਉਹਨਾਂ ਨੂੰ ਲੱਗਦਾ ਹੈਗਾ ਵੀ ਸਾਨੂੰ ਫਰੀਡਮ ਆਫ ਸਪੀਚ ਨਹੀਂ ਹੈਗੀ, ਰਾਈਟ। ਸੋ ਇਸ ਕਰਕੇ ਉਹ ਕਲੇਮ ਜਿਹੜਾ ਫਾਈਲ ਕਰ ਸਕਦੇ ਨੇ ਔਰ ਸਕਸੈਸਫੁਲ ਵੀ ਹੋਣ ਦੇ ਚਾਂਸਿਸ ਬਹੁਤ ਵੱਧ ਗਏ ਆ ਜੀ ਇਸ ਅਨਾਊਂਸਮੈਂਟ ਨਾਲ। ਹੁਣ ਜੇ ਕੋਈ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਕਹਿੰਦਾ ਕਿ ਜੀ ਮੈਂ ਤਾਂ ਖਾਲਿਸਤਾਨ ਦਾ ਹਾਮੀ ਆ, ਜੀ ਉਹਨੂੰ ਕੈਨੇਡਾ ਦੇ ਵਿੱਚ ਰਿਫਿਊਜੀ ਸਟੇਟਸ ਝੱਟ ਮਿਲ ਜਾਏਗਾ ਹੁਣ? ਯੈਸ, ਕਿਉਂਕਿ ਉਹ ਸਾਬਤ ਕਰ ਦੇਣਗੇ ਵੀ ਸਾਨੂੰ ਕੋਈ ਸਟੇਟ ਪ੍ਰੋਟੈਕਸ਼ਨ ਨਹੀਂ। ਜੇ ਤੁਸੀਂ ਇੰਡੀਆ ਮੀਡੀਆ ਦੇਖੋ, ਉਹਨਾਂ ਦੀ ਨਿਊਜ਼ ਦੇਖੋ, ਤਾਂ ਕਿਵੇਂ ਸ਼ੋਕੇਸ ਕੀਤਾ ਜਾ ਰਿਹਾ ਵੀ ਜਿਹੜੇ ਇਹ ਇੰਡੀਵਿਜੂਅਲਸ ਨੇ ਟੈਰਰਿਸਟ ਨੇ, ਸੋ ਨੈਸ਼ਨਲ ਇੰਟਰਸਟ ਦੇ ਅਗੇਂਸਟ ਨੇ। ਸੋ ਇਸ ਕਰਕੇ ਯੈਸ, ਉਹਨੂੰ ਸਟੇਟ ਪ੍ਰੋਟੈਕਸ਼ਨ ਕਿੱਥੋਂ ਮਿਲਣੀ ਹੈ ਜੇ ਸਾਰਾ ਨੈਸ਼ਨਲ ਮੀਡੀਆ ਇਹ ਗੱਲ ਕਹਿ ਰਿਹਾ ਹੈ। ਤਾਂ ਫਿਰ ਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਇਹ ਗੱਲ ਕਹਿਤੀ ਹੈ ਵੀ ਇਹ ਚੀਜ਼ ਇੱਥੇ ਹੋ ਗਈ ਹੈ, ਈਵਨ ਦੋ ਕਿਹਾ ਗਿਆ ਵੀ ਇਹ ਕ੍ਰੈਡੀਬਲ ਐਲੀਗੇਸ਼ਨਸ ਨੇ, ਬਟ ਪਰ ਇਹ ਚੀਜ਼ ਕੋਰਟ ਦੇ ਵਿੱਚ ਬਿਲਕੁਲ ਈਜ਼ੀ ਹੈ ਪ੍ਰੂਵ ਕਰਨੀ। ਜੇ ਉਹਨਾਂ ਨੂੰ ਲੱਗਦਾ ਫੀਅਰ ਆਫ ਪਰਸੀਕਿਊਸ਼ਨ ਹੈ ਔਰ ਸਟੇਟ ਪ੍ਰੋਟੈਕਸ਼ਨ ਫੇਲ ਹੋ ਚੁੱਕੀ ਹੈ, ਤਾਂ ਫਿਰ ਬਿਲਕੁਲ ਉਹਨਾਂ ਦਾ ਕਲੇਮ ਜਿਹੜਾ ਹੈਗਾ ਵਾਜਬ ਹੈ ਔਰ ਉਹ ਮੰਨਿਆ ਵੀ ਜਾਏਗਾ ਜੀ, ਔਰ ਇਹ ਨੰਬਰ ਵੀ ਵਧੇਗਾ ਜੀ ਆਉਣ ਵਾਲੇ ਸਮੇਂ ਦੇ ਵਿੱਚ। ਰਿਫਿਊਜੀ ਪ੍ਰੋਗਰਾਮ ਜਿਹੜਾ ਬਹੁਤ ਬੈਕਲੌਗਡ ਹੈ, ਕਿਉਂਕਿ ਇਹਦੇ 'ਚ ਤੁਸੀਂ ਇਮੈਜਿਨ ਕਰੋ 3 ਸਾਲ ਜਿੰਨੇ ਸਟੂਡੈਂਟਸ ਕੈਨੇਡਾ ਦੇ ਵਿੱਚ ਸਰਕਾਰ ਨੇ ਲਿਆਂਦੇ ਨੇ, ਇਮੀਗ੍ਰੇਸ਼ਨ ਤਾਂ ਉਹ ਸਿਰਫ 53,000 ਨੂੰ ਹੀ ਦੇ ਰਹੀ ਹੈ। ਤਾਂ ਨੰਬਰ ਤਾਂ ਹਰ ਸਾਲ ਵੱਧਦਾ ਜਾ ਰਿਹਾ ਹੈ। ਤਾਂ ਉਹਨਾਂ ਦਾ ਸਟੇਟਸ ਵੀ ਇੱਕ ਰਿਸਟ੍ਰਿਕਸ਼ਨ ਹੈਗੀ। ਉਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਤਾਂ ਟਾਈਮ ਹੈ ਜੀ। ਜੇ ਉਹਨਾਂ ਨੇ ਉਨੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਹਾਸਿਲ ਕਰਨੀ ਹੈ, ਔਰ ਇਮੀਗ੍ਰੇਸ਼ਨ ਲੈਣ ਦਾ ਪਾਥਵੇ ਵੀ ਡਿਫਿਕਲਟ ਹੈ ਸਟੂਡੈਂਟਸ ਲਈ, ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਨੰਬਰ ਹੈ ਬਹੁਤ ਤੁਹਾਨੂੰ ਵਧ ਕੇ ਦੇਖਣ ਨੂੰ ਮਿਲੇਗਾ ਜੀ। ਹੁਣ ਜਿਹੜੇ ਸਟੂਡੈਂਟਸ ਦਾ ਉਹ ਪੜ੍ਹਦੇ ਵੀ ਹੈ ਨਹੀਂ, ਉਹਨਾਂ ਦਾ ਵੀਜ਼ਾ ਵੀ ਖਤਮ ਹੋ ਗਿਆ ਜੀ, ਉਹ ਇੱਥੇ ਖਾਲਿਸਤਾਨ ਦੇ ਮੂਵਮੈਂਟ ਦੇ ਵਿੱਚ ਜਾਂ ਰੈਫਰੈਂਡਮ ਦੇ ਚੱਕਰ 'ਚ ਝੰਡੇ ਲੈ ਕੇ ਘੁੰਮ ਰਹੇ, ਉਹਨਾਂ ਦੀ ਤਸਵੀਰਾਂ ਛਪੀਆਂ ਨੇ, ਉਹ ਤਸਵੀਰਾਂ ਦਿਖਾ ਕੇ ਉਹਨਾਂ ਨੂੰ ਰਿਫਿਊਜੀ ਸਟੇਟਸ ਮਿਲ ਸਕਦਾ ਜੇ ਉਹਨਾਂ ਦੇ ਬਲੀਫਸ ਹੈਗੇ। ਯੈਸ, ਜੇ ਮੈਂ ਨਹੀਂ ਕਹੂੰਗਾ ਵੀ ਉਹ ਆਪਣੇ ਆਪ ਨੂੰ ਸ਼ੋਕੇਸ ਇੱਦਾਂ ਕਰਨ। ਜੇ ਉਹ ਬਿਲੀਵ ਕਰਦੇ ਨੇ ਇਸ ਮੂਵਮੈਂਟ ਦੇ ਵਿੱਚ ਅਤੇ ਉਹਨਾਂ ਨੂੰ ਲੱਗਦਾ ਸਟੇਟ ਪ੍ਰੋਟੈਕਸ਼ਨ ਨਹੀਂ ਹੈ, ਇਸ ਕਿਸਮ ਦਾ ਫੀਅਰ ਹੈਗਾ, ਤਾਂ ਬਿਲਕੁਲ ਉਹ ਕੈਨੇਡਾ ਦਾ ਤਾਂ ਪ੍ਰੋਗਰਾਮ ਹੈਗਾ ਇਹ ਵੀ ਉਹ ਜੇ ਉਹਨਾਂ ਨੂੰ ਪ੍ਰੋਟੈਕਸ਼ਨ ਸੀਕ ਕਰਨਾ ਚਾਹੁੰਦੇ ਨੇ ਤਾਂ ਕਲੇਮ ਫਾਈਲ ਕਰ ਦੇਣ ਔਰ ਉਹ ਸਾਬਤ ਕਰਨ। ਉਹ ਕਹਿਣ ਵੀ ਦੇਖੋ ਤੁਹਾਡਾ ਸਟੂਡੈਂਟ ਵੀਜ਼ਾ ਖਤਮ ਹੈ ਜੀ, ਤੁਸੀਂ ਪੜ੍ਹਦੇ ਇੱਥੇ ਹੈ ਨਹੀਂ ਗਏ ਜੀ, ਵਾਪਸ ਜਾਓ। ਨਹੀਂ, ਵਾਪਸ ਜਾ ਕੇ ਉਹਨਾਂ ਨੂੰ ਜੇ ਲੱਗਦਾ ਵੀ ਸਾਨੂੰ ਉੱਥੇ ਅਸੀਂ ਪ੍ਰੋਟੈਕਟਡ ਨਹੀਂ ਹਾਂ, ਤਾਂ ਬਿਲਕੁਲ ਅਸੀਂ ਨਿਸ਼ਾਨੇ ਥੱਲੇ ਰਹਾਂਗੇ। ਸੋ ਇਸ ਕਰਕੇ ਉਹਨਾਂ ਦਾ ਕਲੇਮ ਫਿਰ ਜਾਇਜ਼ ਵੀ ਬਣਦਾ ਹੈ।
ਔਰ ਇਹ ਸੁਣਿਆ ਵੀ ਜਾਏਗਾ। ਆਫ ਕੋਰਸ ਉਹਨਾਂ ਨੂੰ ਇੱਕ ਲੀਗਲ ਪ੍ਰੋਸੈਸ ਦੇ ਥਰੂ ਗੁਜ਼ਰਨਾ ਪਏਗਾ, ਪ੍ਰੂਵ ਕਰਨਾ ਪਏਗਾ, ਸਾਬਤ ਕਰਨਾ ਪਏਗਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਪ੍ਰੋਗਰਾਮ ਪਹਿਲਾਂ ਹੀ ਬਹੁਤ ਬੈਕਲੌਗਡ ਹੈ, ਅੱਜ ਕੱਲ੍ਹ ਜਦੋਂ ਤੁਸੀਂ ਕਲੇਮ ਫਾਈਲ ਕਰਦੇ ਹੋ ਤਾਂ ਡਿਸੀਜਨ ਜਿਹੜਾ ਹੈਗਾ ਤੁਹਾਨੂੰ 4 ਸਾਲ ਤੋਂ 5 ਸਾਲ ਦਾ ਸਮਾਂ ਲੱਗ ਜਾਂਦਾ। ਉਸ ਤੋਂ ਬਾਅਦ ਤੁਸੀਂ ਤੁਹਾਡੇ ਕੋਲ ਲੀਗਲ ਰੈਮੀਡੀਜ਼ ਵੀ ਨੇ। ਜੇ ਤੁਸੀਂ ਕਿਸੇ ਡਿਸੀਜਨ ਤੋਂ ਖੁਸ਼ ਨਹੀਂ ਹੋ, ਤੁਸੀਂ RAD ਜਾ ਸਕਦੇ ਹੋ, ਫਿਰ ਫੈਡਰਲ ਕੋਰਟ ਜਾ ਸਕਦੇ ਹੋ। ਫਿਰ ਉਸ ਤੋਂ ਬਾਅਦ ਜੇ ਤੁਹਾਡੇ ਕੋਲ ਪਾਸਪੋਰਟ ਨਹੀਂ ਰਹਿੰਦਾ ਤਾਂ ਇੰਡੀਅਨ ਕਾਉਂਸਲੇਟ ਜਿਹੜਾ ਹੈਗਾ ਪਹਿਲਾਂ ਹੀ ਕੈਨੇਡੀਅਨ ਜਿਹੜੇ ਕਾਊਂਟਰ ਪਾਰਟਸ ਨੇ ਉਹਨਾਂ ਨਾਲ ਜਿਹੜਾ ਉਨੀ ਜਲਦੀ ਜਿਹੜਾ ਪਾਸਪੋਰਟ ਨੇ ਉਹ ਇਸ਼ੂ ਨਹੀਂ ਕਰਦੇ ਹੈਗੇ, ਔਰ ਕਈ ਕੇਸਾਂ ਤਾਂ ਬਿਲਕੁਲ ਇਸ਼ੂ ਨਹੀਂ ਕਰਦੇ ਹੈਗੇ। ਤਾਂ ਉਹ ਤੁਸੀਂ ਡੈਡਲੌਕ ਪੋਜੀਸ਼ਨ 'ਚ ਆ ਜਾਂਦੇ ਹੋ। ਫਿਰ ਤੁਹਾਡੇ ਕੋਲ ਆਪਸ਼ਨਸ ਹੁੰਦੀਆਂ ਨੇ, ਤੁਸੀਂ ਜੇ ਡੈਡਲੌਕ ਪੋਜੀਸ਼ਨ 'ਚੋਂ ਤੁਹਾਡੀ ਪ੍ਰੋਲੋਂਗ ਕੈਨੇਡਾ 'ਚ ਸਟੇ ਹੋ ਗਈ ਹੈ ਔਰ ਤੁਹਾਡੀਆਂ ਇੱਥੇ ਇਨਫ ਟਾਈਜ਼ ਕ੍ਰੀਏਟ ਹੋ ਗਈਆਂ ਨੇ ਤਾਂ ਤੁਸੀਂ ਹਿਊਮਨਟੇਰੀਅਨ ਕੰਪੈਸ਼ਨ ਗਰਾਊਂਡ 'ਤੇ ਕੇਸ ਲਾ ਕੇ ਆਪਣੀ ਇਮੀਗ੍ਰੇਸ਼ਨ ਵੀ ਲੈ ਸਕਦੇ ਹੋ। ਤਾਂ ਟੈਲੀਫੋਨ ਨੰਬਰ ਕਿੰਨਾ ਜੀ? ਜੀ ਬਾਈ ਜੀ, ਸਰੀ ਜੇ ਸਾਨੂੰ ਕੰਟੈਕਟ ਕਰਨਾ ਹੋਵੇ 6045985555। ਜੇ ਐਬਸਫੋਰਡ ਕੰਟੈਕਟ ਕਰਨਾ ਹੀ 6048524444।